हे प्राणनाथ गोविंदा कृपा निधान जगत गुरु। हे संसार ताप हरण करुणा मैं सब दुख हरो। हे शरण जोग दयाला दीनानाथ मया करो। शरीर स्वस्थ खीन समय सिमरंत नानक राम दमोदर माधव। वाहिगुरु सलोक महला पंजवा। फरीदा ऊम रंगावली मंज विसूला बाग। जो नर पीर निवाजिया तिना अंच ना लाग। धन धन सतगुरु श्री गुरु अर्जन देव महाराज जी की अमृत की बाणी राम कली की वार। आवाज इसकी 21ਵੀਂ पौड़ी ਅਤੇ उससे जो नाल 2 श्लोक हैं उन्हां दी विचार करिए जो श्री गुरु ग्रंथ साहिब जी के 966 अंग उत्ते सुशोभित हैं जी। सलोक महला पंजवा। फरीदा ऊम रंगावली मंज विसूला बाग। ये सलोक पंजवीं पातशाह जी का फरीद जी नूं संबोधन करके उन्होंने उचारिया है। ये सलोक फरीद जी के सलोकां दे विच भी दर्ज हैं। उत्थे ये 2 जो सलोक इत्थे हैं ये उत्थे 82 ਅਤੇ 83 नंबर ते हैं। ये दोनों ही सलोक पंजवें पातशाह ने फरीद जी के 81वें सलोक की परथाए ये दोनों ही सलोक उचारे हैं। जो कि 81वां सलोक है फरीद जी का। फरीदा मैं जानिया दुख मुझको दुख सबाय जग। ऊंचे चढ़ के देखिया तां घर कर एहा अग। ये 81वां सलोक शेख फरीद जी का जो कि फरीद जी के सलोकां दे विच दर्ज है। इस सलोक की परथाए ही सतगुरु जी ये 2 सलोक जो हैं ब्यास जो फरीद जी के सलोकां दे विच 82 नंबर और 83 नंबर ते दर्ज हैं। उही सलोक इत्थे राम कली की वार दे विच हैं। पंजवें पातशाह जी फरीद जी नूं संबोधन करके उपदेश करते हैं। फरीदा ऊम रंगावली ये धरती जो भूमि है ये बहुत सोहनी है। मंज विसूला बाग पर जो मनुखी मन हैं ये टोए टिब्बियां नाल भरे हुए हैं।
ਟੋਏ ਟਿੱਬੇ ਵਿਤਕਰਾ ਕਰਨਾ, ਨਫ਼ਰਤ ਕਰਨੀ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਹਨ, ਮੰਝ ਵਸੂਲਾ ਬਾਗ। ਇਸ ਸੁਹਾਵਣੀ ਧਰਤੀ ਦੇ ਵਿੱਚ, ਇਸ ਸੰਸਾਰ ਦੇ ਵਿੱਚ ਇਹ ਵਸੂਲਾ ਵਿਹੂ ਦਾ ਭਰਿਆ ਹੋਇਆ ਬਾਗ ਹੈ, ਕਿਉਂਕਿ ਇਹ ਮਨੁੱਖੀ ਮਨਾਂ ਦੇ ਵਿੱਚ ਟੋਏ ਟਿੱਬੇ ਪਏ ਹੋਏ ਹਨ, ਟੋਏ ਟਿੱਬੇ ਵਿਤਕਰੇ ਪਏ ਹੋਏ ਹਨ। ਇਸ ਕਰਕੇ ਫਰੀਦ ਜੀ ਉਪਦੇਸ਼ ਕਰਦੇ ਹਨ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਏ। ਫਰੀਦਾ, ਇਸ ਮਨ ਨੂੰ ਆਪਣੇ ਨੂੰ ਸਾਫ਼ ਕਰ, ਮੈਦਾਨ ਵਰਗਾ ਸਾਫ਼ ਬਣਾ ਲੈ ਅਤੇ ਇਸ ਦੇ ਵਿੱਚੋਂ ਟੋਏ ਟਿੱਬੇ ਵਿਤਕਰੇ ਜੋ ਹਨ ਖਤਮ ਕਰ ਲੈ। ਇਹ ਟੋਏ ਟਿੱਬੇ ਹੀ ਜੋ ਹਨ, ਜਿਸ ਕਰਕੇ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਫਰੀਦਾ ਭੂਮ ਰੰਗਾਵਲੀ, ਮੰਝ ਵਸੂਲਾ ਬਾਗ। ਇਹ ਭੂਮੀ, ਇਹ ਧਰਤੀ ਬਹੁਤ ਸੋਹਣੀ ਹੈ, ਪਰ ਮਨੁੱਖੀ ਮਨ ਦੇ ਟੋਇਆਂ ਟਿੱਬਿਆਂ ਕਰਕੇ ਇਹ ਵਸੂਲਾ ਬਾਗ ਲੱਗਾ ਹੋਇਆ ਹੈ, ਜਿਸ ਵਿੱਚ ਦੁੱਖ ਦੀ ਅੱਗ ਲੱਗੀ ਹੋਈ ਹੈ। ਦੁੱਖ ਦੀ ਅੱਗ ਕਰਕੇ ਇਹ ਜੋ ਬਾਗ ਹੈ ਵਸੂਲਾ ਬਣਿਆ ਹੋਇਆ ਹੈ, ਜ਼ਹਿਰ ਬਣਿਆ ਹੋਇਆ ਹੈ। ਜੋ ਨਰ ਪੀਰ ਨਿਵਾਜਿਆ, ਤਿਨਾ ਅੰਚ ਨਾ ਲਾਗ। ਪਰ ਜਿਨ੍ਹਾਂ ਨੂੰ ਪੀਰ ਨੇ, ਅਰਥਾਤ ਗੁਰੂ ਪੀਰ ਨੇ, ਸਤਿਗੁਰੂ ਨੇ ਨਿਵਾਜ ਦਿੱਤਾ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਦਰ ਮਾਣ ਸਨਮਾਨ ਦੇ ਦਿੱਤਾ, ਉਹਨਾਂ ਨੂੰ ਇਹ ਦੁੱਖਾਂ ਦੀ ਜੋ ਅੱਗ ਹੈ ਉਸ ਦਾ ਸੇਕ ਬਿਲਕੁਲ ਹੀ ਨਹੀਂ ਲੱਗਦਾ। ਜੋ ਨਰ ਪੀਰ ਨਿਵਾਜਿਆ, ਤਿਨਾ ਅੰਚ ਨਾ ਲਾਗ। ਮਹਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ, ਸੰਗ ਸੁਵੰਨੜੀ ਦੇਹ। ਵਿਰਲੇ ਕੇਈ ਪਾਈਨ, ਜਿਨ੍ਹਾਂ ਪਿਆਰੇ ਨੇ। ਸਤਿਗੁਰੂ ਜੀ ਫਰੀਦ ਜੀ ਨੂੰ ਸੰਬੋਧਨ ਕਰਦੇ ਹੋਏ ਉਪਦੇਸ਼ ਸਾਨੂੰ ਕਰ ਰਹੇ ਹਨ। ਫਰੀਦਾ ਉਮਰ ਸੁਹਾਵੜੀ, ਇਹ ਉਮਰ, ਇਹ ਜ਼ਿੰਦਗੀ ਬਹੁਤ ਹੀ ਸੋਹਣੀ ਹੈ। ਸੰਗ ਸੁਵੰਨੜੀ ਦੇਹ, ਅਤੇ ਇਹ ਜੋ ਦੇਹ, ਜੋ ਸਰੀਰ ਹੈ, ਇਹ ਵੀ ਸੁਵੰਨੜਾ ਹੈ, ਪਰ ਕਿਹਨਾਂ ਲਈ? ਵਿਰਲੇ ਕੇਈ ਪਾਇਨ, ਜਿਨ੍ਹਾਂ ਪਿਆਰਾ ਨੇ, ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਨਾਲ ਪਿਆਰ ਲੱਗਾ, ਉਹ ਪਿਆਰੇ ਇਸ ਵਾਹਿਗੁਰੂ ਦੇ ਨਾਲ, ਪਿਆਰੇ ਪਰਮਾਤਮਾ ਦੇ ਨਾਲ ਪਿਆਰ ਲੱਗਾ ਹੋਇਆ ਹੈ। ਵਿਰਲੇ ਕੋਈ ਪਾਇਨ, ਜਿਨ੍ਹਾਂ ਨੂੰ ਉਸ ਪਿਆਰੇ ਵਾਹਿਗੁਰੂ ਦੇ ਨਾਲ ਪਿਆਰ ਪਿਆ ਹੋਇਆ ਹੈ, ਉਹਨਾਂ ਦੀ ਉਮਰ ਜੋ ਹੈ, ਜ਼ਿੰਦਗੀ ਜੋ ਹੈ, ਉਹ ਸੁਹਾਵਣੀ ਹੈ। ਉਹਨਾਂ ਦੀ ਦੇਹ ਜੋ ਹੈ ਉਹ ਸੁਵੰਨੜੀ ਹੈ, ਸੋਹਣੀ ਹੈ, ਉਹ ਰੋਗ ਰਹਿਤ ਹੈ, ਜਿਨ੍ਹਾਂ ਦਾ ਨੇ ਉਸ ਵਾਹਿਗੁਰੂ ਦੇ ਨਾਲ ਲੱਗਾ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ, ਵਿਰਲੇ ਕੇਈ ਪਾਇਨ, ਪਰ ਹੈ ਇਹੋ ਜਿਹੇ ਕੋਈ ਵਿਰਲੇ ਹੀ ਹਨ ਜਿਹੜੇ ਉਸ ਵਾਹਿਗੁਰੂ ਦਾ ਪਿਆਰ ਪਾਉਂਦੇ ਹਨ। ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਹੈ, ਉਹਨਾਂ ਦੀ ਜ਼ਿੰਦਗੀ ਜੋ ਹੈ ਸੋਹਣੀ ਬਣ ਜਾਂਦੀ ਹੈ, ਉਹਨਾਂ ਦੀ ਦੇਹ ਜੋ ਹੈ ਉਹ ਵੀ ਸੋਹਣੀ ਬਣ ਜਾਂਦੀ ਹੈ, ਰੋਗ ਰਹਿਤ ਹੋ ਜਾਂਦੀ ਹੈ। ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਹੈ, ਪਰ ਇਹੋ ਜਿਹੇ ਵਿਰਲੇ ਹੀ ਹਨ। ਪੌੜੀ ਜਪ ਤਪ ਸੰਜਮ ਦਇਆ ਧਰਮ, ਜਿਸ ਦੇਹ
ਸੁਪਾਏ। हे ਵਾਹਿਗੁਰੂ, ਜਿਸ ਨੂੰ ਤੂੰ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ, ਮਾਨੋ ਉਸਨੇ ਸਾਰੇ ਹੀ ਜਪ ਤਪ ਸੰਜਮ ਦਇਆ ਧਰਮ ਸਾਰੇ ਹੀ ਉਸਨੇ ਕਰ ਲਏ। ਜਿਸ ਨੂੰ ਤੂੰ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ, ਨਾਮ ਦੀ ਬਖਸ਼ਿਸ਼ ਕਰਦਾ ਹੈ, ਜਿਸ ਨੂੰ ਨਾਮ ਦੀ ਬਖਸ਼ਿਸ਼ ਹੋ ਗਈ, ਉਸ ਦੇ ਅੰਦਰ ਫਿਰ ਜਪ ਤਪ ਸੰਜਮ ਦਇਆ ਧਰਮ ਆਪਣੇ ਆਪ ਹੀ ਆ ਜਾਂਦੇ ਹਨ। ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੁਪਾਏ। ਜਿਸ ਨੂੰ ਆਪਣਾ ਨਾਮ ਦੇਣਾ ਹੈ, ਉਹੀ ਇਹ ਸਾਰੇ ਗੁਣ ਪ੍ਰਾਪਤ ਕਰਦਾ ਹੈ। ਜਪ ਤਪ ਸੰਜਮ ਦਇਆ ਧਰਮ ਜਿਸ ਬੁਝਾਏ ਅਗਨ ਆਪ, ਸੋ ਨਾਮ ਧਿਆਏ। ਨਾਮ ਸਿਮਰਨ ਉਹੀ ਕਰਦਾ ਹੈ ਜਿਸ ਦੇ ਅੰਦਰੋਂ ਹੈ ਵਾਹਿਗੁਰੂ ਤੂੰ ਆਪ ਹੀ ਤ੍ਰਿਸ਼ਨਾ ਦੀ ਅਗਨ ਖਤਮ ਕਰ ਦਿੰਦਾ ਹੈ। ਜਿਤਨਾ ਚਿਰ ਅੰਦਰ ਤ੍ਰਿਸ਼ਨਾ ਦੀ ਅਗਨ ਹੈ, ਉਤਨਾ ਚਿਰ ਨਾਮ ਨਹੀਂ ਜਪਿਆ ਜਾ ਸਕਦਾ। ਜਦੋਂ ਉਹ ਵਾਹਿਗੁਰੂ ਆਪ ਹੀ ਤ੍ਰਿਸ਼ਨਾ ਦੀ ਅਗਨ ਅੰਦਰੋਂ ਖਤਮ ਕਰ ਦਿੰਦਾ ਹੈ, ਜਿਸ ਬੁਝਾਏ ਅਗਨ ਆਪ, ਸੋ ਨਾਮ ਧਿਆਏ। ਫਿਰ ਉਹੀ ਨਾਮ ਧਿਆਉਂਦਾ ਹੈ। ਅੰਤਰ ਜਾਮੀ ਅਗੰਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਉਹ ਜੋ ਅੰਤਰ ਜਾਮੀ ਹੈ, ਸਾਰਿਆਂ ਦੀ ਦਿਲ ਦੀ ਜਾਣਨ ਵਾਲਾ ਹੈ। ਜੋ ਅਗੰਮ ਹੈ, ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਉਸ ਵਾਹਿਗੁਰੂ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਉਹ ਪੁਰਖ ਹੈ, ਸਾਰੇ ਪਾਸੇ ਹੀ ਸਮਾਇਆ ਹੋਇਆ ਹੈ। ਅੰਤਰ ਜਾਮੀ ਅਗੰਮ ਪੁਰਖ ਇੱਕ ਦ੍ਰਿਸ਼ਟੀ ਦਿਖਾਏ। ਜਿਸ ਵੱਲ ਇੱਕ ਦ੍ਰਿਸ਼ਟੀ ਦੀ ਨਿਗਾਹ ਨਾਲ ਦੇਖ ਲੈਂਦਾ ਹੈ, ਜਿਸ ਦੇ ਵੱਲ ਇੱਕ ਮਿਹਰ ਦੀ ਨਿਗਾਹ ਕਰ ਲੈਂਦਾ ਹੈ। ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ। ਫਿਰ ਜਿਸ ਉੱਤੇ ਉਹ ਵਾਹਿਗੁਰੂ ਜੋ ਅਗੰਮ ਹੈ, ਅਗੋਚਰ ਹੈ, ਅੰਤਰਜਾਮੀ ਆਪਣੀ ਇੱਕ ਦ੍ਰਿਸ਼ਟੀ ਕਰ ਲੈਂਦਾ ਹੈ, ਫਿਰ ਉਹ ਸਾਧ ਸੰਗਤ ਕੈ ਆਸਰੇ, ਸਾਧ ਸੰਗਤ ਦੇ ਵਿੱਚ ਆ ਕੇ, ਸਾਧ ਸੰਗਤ ਦਾ ਆਸਰਾ ਲੈ ਕੇ ਉਸ ਪ੍ਰਭੂ ਦੇ ਨਾਲ ਪਿਆਰ ਕਰਨ ਲੱਗ ਪੈਂਦਾ ਹੈ। ਔਗਣ ਕੱਟ ਮੁਖ ਉਜਲਾ, ਹਰ ਨਾਮ ਤਰਾਏ। ਜਿਹੜਾ ਫਿਰ ਸਾਧ ਸੰਗਤ ਦੇ ਵਿੱਚ ਆ ਗਿਆ, ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਏ, ਉਸ ਵਾਹਿਗੁਰੂ ਦੇ ਸਿਫਤ ਸਲਾਹਾਂ ਕੀਤੀਆਂ, ਉਸ ਦਾ ਫਿਰ ਉਹ ਵਾਹਿਗੁਰੂ ਔਗਣ ਕੱਟ, ਉਸ ਦੇ ਸਾਰੇ ਹੀ ਔਗਣ ਖਤਮ ਕਰ ਦਿੰਦਾ ਹੈ। ਮੁਖ ਉਜਲਾ, ਤੇ ਉਸ ਦਾ ਮੁਖ ਉਜਲ ਹੋ ਜਾਂਦਾ ਹੈ। ਹਰ ਨਾਮ ਤਰਾਏ, ਅਤੇ ਉਹ ਵਾਹਿਗੁਰੂ ਉਸ ਨੂੰ ਨਾਮ ਦੇ ਨਾਲ ਜੋੜ ਕੇ ਇਸ ਭਵਜਲ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਇਹ ਉਸ ਵਾਹਿਗੁਰੂ ਦੀ ਜਿਸ ਉੱਤੇ ਦ੍ਰਿਸ਼ਟੀ ਹੋਈ ਹੈ, ਜਿਸ ਤੇ ਮਿਹਰ ਦੀ ਨਿਗਾਹ ਹੋਈ ਹੈ, ਮਿਹਰ ਦੀ ਨਿਗਾਹ ਕਰਕੇ ਉਸ ਨੂੰ ਸਾਧ ਸੰਗਤ ਦੀ ਪ੍ਰਾਪਤ ਹੋਈ। ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਏ, ਸ਼ਬਦ ਦੇ ਨਾਲ ਜੁੜਿਆ। ਉਸ ਦੀ ਸਤਿਗੁਰੂ ਗੱਲ ਕਰ ਰਹੇ ਹਨ ਕਿ ਉਸ ਦਾ ਫਿਰ ਵਾਹਿਗੁਰੂ ਔਗਣ ਸਾਰੇ ਹੀ ਔਗਣ ਕੱਟ ਦਿੰਦੇ ਹਨ, ਉਸ ਦਾ ਮੁਖ ਉਜਲਾ ਹੋ ਜਾਂਦਾ ਹੈ। ਫਿਰ ਪਰਮਾਤਮਾ ਉਸ ਨਾਮ ਨਾਲ ਜੋੜ ਕੇ ਉਸ ਨੂੰ ਤਾਰ ਦਿੰਦਾ ਹੈ, ਇਸ ਭਵਜਲ ਸੰਸਾਰ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ। ਜਨਮ ਮਰਨ ਭਉ ਕੱਟਿਓਣ, ਫਿਰ ਜੋਣ ਨਾ ਪਾਏ। ਫਿਰ ਉਸ ਦਾ ਜਨਮ ਮਰਨ, ਜੋ ਇਸ ਦਾ ਜੋ ਡਰ ਹੈ, ਜੰਮਣ ਮਰਨ ਦਾ, ਇਸ ਆਵਾਗਾਉਣ ਦਾ ਡਰ ਜੋ ਹੈ, ਉਹ ਵੀ ਕੱਟਿਆ ਜਾਂਦਾ ਹੈ। ਫਿਰ ਉਹ ਫਿਰ ਜੂਨ ਦੇ ਵਿੱਚ ਨਹੀਂ ਆਉਂਦਾ ਤੇ ਜੂਨਾਂ ਦੇ ਵਿੱਚ ਨਹੀਂ ਪੈਂਦਾ। ਉਸ ਦਾ ਆਵਾਗਾਉਣ ਦਾ ਚੱਕਰ ਜੋ ਹੈ ਉਹ ਖਤਮ ਹੋ ਜਾਂਦਾ ਹੈ। ਜਿਹੜਾ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ,
ਉਸ ਵਾਹਿਗੁਰੂ ਦੇ ਸ਼ਬਦ ਦੇ ਰਾਹੀਂ ਜੋ ਗੁਰੂ ਦੀ ਬਖਸ਼ੀ ਹੋਈ ਬਾਣੀ ਹੈ, ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ, ਕਿਉਂਕਿ ਇਹ ਬਾਣੀ ਹੀ ਸਾਰੀ ਸਿਫਤ ਸਲਾਹਾਂ ਦੇ ਨਾਲ ਭਰੀ ਹੋਈ ਹੈ। ਉਸ ਵਾਹਿਗੁਰੂ ਦੇ ਗੁਣ ਇਸ ਬਾਣੀ ਦੇ ਵਿੱਚ ਭਰੇ ਹੋਏ ਹਨ। ਅੰਧਕੂਪ ਤੇ ਕਾਡੀਆਂ ਲੜ ਆਪ ਫੜਾਏ, ਜਿਸ ਨੂੰ ਵਾਹਿਗੁਰੂ ਆਪਣਾ ਲਾੜ ਫੜਾ ਦਿੰਦਾ ਹੈ, ਆਪਣੇ ਪੱਲੇ ਦੇ ਨਾਲ ਲਾ ਲੈਂਦਾ ਹੈ, ਫਿਰ ਉਸ ਨੂੰ ਇਸ ਅੰਧਕੂਪ, ਇਹ ਜੋ ਮਾਇਆ ਦਾ ਮੋਹ ਦਾ ਭਰਿਆ ਹੋਇਆ ਸੰਸਾਰ ਅੰਧਾ ਖੂਹ ਹੈ, ਇਸ ਦੇ ਵਿੱਚੋਂ ਉਹਨਾਂ ਨੂੰ ਕੱਢ ਲੈਂਦਾ ਹੈ। ਨਾਨਕ ਬਖਸ਼ ਮਿਲਾਇਣ ਰੱਖੇ ਗਲ ਲਾਏ। ਇਹ ਨਾਨਕ, ਫਿਰ ਇਹੋ ਜਿਹੇ ਮਨੁੱਖਾਂ ਦੇ ਉੱਤੇ ਵਾਹਿਗੁਰੂ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਕਿਹਨਾਂ ਮਨੁੱਖਾਂ ਦੀ ਸਤਿਗੁਰੂ ਗੱਲ ਕਰਦੇ ਹਨ? ਜਿਨ੍ਹਾਂ ਉੱਤੇ ਉਸ ਵਾਹਿਗੁਰੂ ਦੀ ਨਜ਼ਰ ਦ੍ਰਿਸ਼ਟੀ ਹੋਈ, ਜਿਸ ਉੱਤੇ ਉਸ ਵਾਹਿਗੁਰੂ ਨੇ ਆਪਣੀ ਮਿਹਰ ਦੀ ਇੱਕ ਨਿਗਾਹ ਕਰ ਦਿੱਤੀ, ਉਸ ਬਖਸ਼ਿਸ਼ ਦੇ ਨਾਲ ਇਹ ਫਿਰ ਮਨੁੱਖ ਸਾਧ ਸੰਗਤ ਵਿੱਚ ਆਉਂਦਾ ਹੈ। ਫਿਰ ਸਾਧ ਸੰਗਤ ਦੇ ਆਸਰੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਸ ਵਾਹਿਗੁਰੂ ਦੇ ਨਾਲ ਇਸ ਦਾ ਪਿਆਰ ਲੱਗ ਜਾਂਦਾ ਹੈ, ਇਸ ਦੇ ਸਾਰੇ ਹੀ ਔਗੁਣ ਕੱਟੇ ਜਾਂਦੇ ਹਨ, ਇਸ ਦਾ ਮੁੱਖ ਜੋ ਹੈ ਉਜਲਾ ਹੋ ਜਾਂਦਾ ਹੈ। ਫਿਰ ਉਹ ਵਾਹਿਗੁਰੂ ਇਸ ਨਾਮ ਦੀ ਬਖਸ਼ਿਸ਼ ਨਾਲ ਇਸ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਉਸ ਦਾ ਜਨਮ ਮਰਨ ਜੋ ਹੈ ਉਹ ਕੱਟਿਆ ਜਾਂਦਾ ਹੈ, ਉਹ ਫਿਰ ਜੂਨਾਂ ਦੇ ਵਿੱਚ ਨਹੀਂ ਆਉਂਦਾ। ਇਹ ਜੋ ਸੰਸਾਰ ਸਮੁੰਦਰ ਅੰਧਕੂਪ ਹੈ, ਇਸ ਤੋਂ ਉਹ ਵਾਹਿਗੁਰੂ ਆਪਣੇ ਲੜ ਦੇ ਨਾਲ ਲਾ ਕੇ ਇਸ ਨੂੰ ਇਸ ਵਿੱਚੋਂ ਕੱਢ ਲੈਂਦਾ ਹੈ, ਅਤੇ ਨਾਨਕ ਉਹ ਵਾਹਿਗੁਰੂ ਆਪਣੀ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਇਹ ਹੈ ਸਾਧ ਸੰਗਤ ਦੇ ਗੁਣ। ਸਾਧ ਸੰਗਤ ਵਿੱਚ ਆਉਣ ਦਾ ਫਲ। ਸਤਿਗੁਰੂ ਕਿਰਪਾ ਕਰਨ, ਸਾਨੂੰ ਵੀ ਸਾਧ ਸੰਗਤ ਬਖਸ਼ਣ। ਸਾਧ ਸੰਗਤ ਦੇ ਵਿੱਚ ਆ ਕੇ ਅਸੀਂ ਸਾਰੇ ਉਸ ਵਾਹਿਗੁਰੂ ਦੇ ਗੁਣ ਗਾਈਏ, ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀਂ ਉਸ ਦੇ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ, ਤਾਂ ਜੋ ਸਾਡਾ ਇਹ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।